मुर्दाबाद 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 बादल कैप्टन मुर्दाबाद 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 कैप्टन बादल मुर्दाबाद मुर्दाबाद मुर्दाबाद। ਸਾਡੇ ਕਈ ਮਸਲੇ ਆ, ਲੇਕਿਨ ਜਿਹੜਾ ਅੱਜ ਪ੍ਰਦਰਸ਼ਨ ਹੋਇਆ ਮੇਰੇ ਖਿਆਲ ਦੇ ਵਿੱਚ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਆਪਣੀ ਵਾਸਤੇ ਆਪਣਾ ਮਾੜਾ ਦਿਨ ਸਮਝਦਾ ਹਾਂ। ਤੇ ਅੱਜ ਸਾਡਾ ਨਿਆਂਪਾਲਿਕਾ ਤੋਂ ਹੀ ਭਰੋਸਾ ਉੱਠਿਆ ਹੈ, ਜਿਸ ਨਿਆਂਪਾਲਿਕਾ ਨੇ ਹੁਣੇ 2 ਦਿਨ ਪਹਿਲਾਂ ਇਹ ਹੁਕਮ ਆਪਣਾ ਜਾਰੀ ਕੀਤਾ ਵੀ ਜਿਹੜੀ ਉਹ ਸਿੱਟ ਸੀ ਉਹ ਵੀ ਰੱਦ ਕਰਤੀ, ਕਿਉਂਕਿ ਟੈਲੀਫੋਨ ਦੀਆਂ ਕਾਲਾਂ ਸਭ ਕੁਝ ਮੌਜੂਦ ਹੈ। ਕਿਹਨਾਂ ਦੇ ਕਹਿਣ ਤੇ ਹੁਕਮ ਹੋਏ ਗੋਲੀ ਦੇ, ਕਿਹਨਾਂ ਕਾਰਨ ਗੋਲੀ ਚਲਾਈ ਗਈ, ਕਿਹਨਾਂ ਬੰਦਿਆਂ ਨੇ, ਸਿਆਸੀ ਬੰਦਿਆਂ ਨੇ ਸੌਦਾ ਸਾਧ ਨੂੰ ਪੋਸ਼ਾਕਾਂ ਪਹਿਨਾਈਆਂ ਗਈਆਂ, ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਕਲ ਕਰਵਾਈ ਗਈ। ਅੱਜ ਤਾਂ ਆਪਣੀ ਗਦਾਰਾਂ ਦੀ ਗੱਲ ਹੈ, ਜਿਨ੍ਹਾਂ ਗਦਾਰਾਂ ਨੇ ਸੋਚਿਆ ਹੀ ਨਹੀਂ ਵੀ ਸਾਡੇ ਪਾ ਏਡੇ ਵੱਡੇ ਵੱਡੇ ਰੁਤਬੇ, ਸਾਡੇ ਪਾ ਜਥੇਦਾਰੀ ਦਾ। ਸਰ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਜੀ, ਕੀ ਰੀਜ਼ਨ ਰਿਹਾ ਤੇ ਕੀ ਐਕਟੀਵਿਟੀ ਕੀਤੀ ਜਾ ਰਹੀ ਹੈ? ਜਿਹੜਾ ਇਹ ਅੱਜ ਅਸੀਂ ਰੋਸ ਪ੍ਰਦਰਸ਼ਨ ਕੀਤਾ ਹੈ, ਵੈਸੇ ਤਾਂ ਸਰਕਾਰਾਂ ਨੂੰ ਵਿਰੁੱਧ ਅਸੀਂ ਸ਼ੁਰੂ ਤੋਂ ਹੀ ਰੋਸ ਕਰਦੇ ਆਏ ਹਾਂ ਵੀ, ਲੇਕਿਨ ਸਾਡੇ ਕਈ ਮਸਲੇ ਆ, ਲੇਕਿਨ ਜਿਹੜਾ ਅੱਜ ਪ੍ਰਦਰਸ਼ਨ ਹੋਇਆ ਮੇਰੇ ਖਿਆਲ ਦੇ ਵਿੱਚ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਆਪਣੀ ਵਾਸਤੇ ਆਪਣਾ ਮਾੜਾ ਦਿਨ ਸਮਝਦਾ ਹਾਂ, ਕਿਉਂਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਸਾਡੇ ਵਾਸਤੇ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦਾ ਨਰਾਦਰ 2015 ਦੇ ਵਿੱਚ ਹੋਇਆ, ਗਲੀਆਂ ਦੇ ਵਿੱਚ ਗੁਰੂ ਮਹਾਰਾਜਿਆਂ ਨੂੰ ਬਰਕਾ ਕਰਕੇ ਰੋਲਿਆ ਗਿਆ, ਤੇ ਉਸ ਤੋਂ ਬਾਅਦ ਜਿਨ੍ਹਾਂ ਗੁਰਸਿੱਖਾਂ ਨੇ ਬਰਗਾੜੀ ਦੇ ਵਿੱਚ ਬੈਠ ਕਰਕੇ ਇਨਸਾਫ ਦੀ ਗੁਹਾਰ ਲਾਈ ਸੀ ਸਰਕਾਰ ਦੇ ਸਾਹਮਣੇ, ਉਹਨਾਂ ਗੁਰਸਿੱਖਾਂ ਨੂੰ ਗੋਲੀਆਂ ਦੇ ਨਾਲ ਭੁੰਨਿਆ ਗਿਆ। ਉਹ ਸਮੇਂ ਦੀਆਂ ਸਰਕਾਰਾਂ ਦੇ ਕਾਰਨਾਮੇ ਸਨ, ਲੇਕਿਨ ਕਿਤੇ ਨਾ ਕਿਤੇ ਸਾਡੇ ਜ਼ਖਮਾਂ ਤੇ ਮੱਲਮ ਲੱਗੀ ਸੀ ਜਦੋਂ ਕਿ ਸਿੱਟ ਬਣੀ ਸੀ ਵੀ ਕੋਈ ਨਾ ਕੋਈ ਇਨਸਾਫ ਹੋਊਗਾ। ਤੇ ਅੱਜ ਸਾਡਾ ਨਿਆਂਪਾਲਿਕਾ ਤੋਂ ਹੀ ਭਰੋਸਾ ਉੱਠਿਆ ਹੈ, ਜਿਸ ਨਿਆਂਪਾਲਿਕਾ ਨੇ ਹੁਣੇ 2 ਦਿਨ ਪਹਿਲਾਂ ਇਹ ਹੁਕਮ ਆਪਣਾ ਜਾਰੀ ਕੀਤਾ ਵੀ ਜਿਹੜੀ ਉਹ ਸਿੱਟ ਸੀ ਉਹ ਵੀ ਰੱਦ ਕਰਤੀ, ਤੇ ਨਾਲ ਦੀ ਨਾਲ ਜਿਹੜੀ ਸਾਰੀ ਉਹ ਕਾਰਵਾਈ ਹੋਈ ਸੀ ਹੁਣ ਤੱਕ ਦੀ ਸਾਰੀ ਉਹ ਬਿਲਕੁਲ ਰੱਦੀ ਦੀ ਟੋਕਰੀ ਦੇ ਵਿੱਚ ਪਾਈ ਗਈ ਹੈ। ਮੇਰੇ ਖਿਆਲ ਦੇ ਵਿੱਚ ਮੈਂ ਉਹਨਾਂ ਗੁਰਸਿੱਖਾਂ ਨੂੰ ਤੁਹਾਡੇ ਮਾਧਿਅਮ ਜਿਹੜੀ ਬੇਨਤੀ ਕਰਦਾ, ਵੀਰੋ ਹੁਣ ਆਪਣਾ ਜਿਉਣ ਦਾ ਕੰਮ ਨਹੀਂ ਰਿਹਾ, ਜਿਸ ਦੇ ਬਾਪ ਦਾ ਨਰਾਦਰ ਕੀਤਾ ਹੋਵੇ ਅਤੇ ਸਾਡੇ ਵੀਰਾਂ ਦਾ ਨੂੰ ਗੋਲੀਆਂ ਨਾਲ ਭੁੰਨਿਆ ਹੋਵੇ, ਤੇ ਅੱਜ ਇਸ ਦੇਸ਼ ਦਾ ਕਾਨੂੰਨ ਇੱਕ ਇਨਸਾਫ ਦੇਣ ਤੋਂ ਵੀ ਭੱਜਿਆ। ਚਾਹੇ 84 ਦੀ ਗੱਲ ਹੋਵੇ, ਜਿਸ ਤਰ੍ਹਾਂ 11 ਕਮਿਸ਼ਨ ਬਣੇ ਸਨ, ਉਹ 11 ਕਮਿਸ਼ਨ ਵੀ ਅੱਜ ਤੱਕ ਸਾਨੂੰ ਇਨਸਾਫ ਨਹੀਂ ਦੇ ਸਕੇ, ਅਸੀਂ ਉਹ ਵੀ ਬਰਦਾਸ਼ਤ ਕੀਤਾ। ਤੇ ਅੱਜ ਤਾਂ ਸਾਡੇ ਗੁਰੂ ਦਾ ਨਰਾਦਰ ਹੋਇਆ, ਅਤੇ ਅੱਜ ਜਿਹੜਾ ਇਹ ਜੋ ਕਮਿਸ਼ਨ ਬਣੇ, ਜੋ ਇਹ SIT ਬਣੀ, ਇਹ ਵੀ ਕਿਸੇ ਤਰੀਕੇ ਨਾਲ ਮਿਲੀ ਭੁਗਤ ਨਾਲ ਜੋ ਖਾਰਜ ਕੀਤੀ ਗਈ ਹੈ, ਜੋ ਉਹਨਾਂ ਦੀ ਰਿਪੋਰਟ ਸੀ। ਤੇ ਅੱਜ ਸਾਨੂੰ ਫਿਰ ਸਾਡੇ ਜ਼ਖਮਾਂ ਨੂੰ ਬਲੂਦਰਿਆ ਗਿਆ ਹੈ, ਤੇ ਅਸੀਂ ਹੁਣ ਦੁਨੀਆ 'ਚ ਸਿਰ ਉਠਾ ਕੇ ਕਹਿ ਨਹੀਂ ਸਕਦੇ ਵੀ ਅਸੀਂ ਵਾਕਈ ਗੁਰਸਿੱਖ ਹਾਂ, ਕਿਉਂਕਿ ਸਾਡੇ 'ਚ ਉਹ ਕਦਰਾਂ ਕੀਮਤਾਂ ਗਾਇਬ ਹੋ ਚੁੱਕੀਆਂ ਨੇ, ਕਿਉਂਕਿ ਨਾ ਸਾਡਾ ਪ੍ਰਸ਼ਾਸਨ 'ਤੇ ਕਿਸੇ ਤਰੀਕੇ ਦਾ ਅੱਜ ਭਰੋਸਾ ਰਿਹਾ। ਉਸ ਦੁੱਖ ਤੋਂ ਅਸੀਂ ਅੱਜ ਉਸ ਜੋ ਹਾਈ ਕੋਰਟ ਦੇ ਆਦੇਸ਼ ਸਨ ਉਸ ਦੀਆਂ ਇਹ ਕਾਪੀਆਂ ਫੂਕੀਆਂ ਗਈਆਂ। ਲੰਬੇ ਸਮੇਂ ਤੋਂ ਜੋ ਸਿੱਖ ਜਥੇਬੰਦੀਆਂ ਦੁਆਰਾ ਆਪਣੇ ਹੱਕਾਂ ਦੇ ਲਈ ਇਸ ਤਰ੍ਹਾਂ ਸੰਘਰਸ਼ ਵਿੱਢੇ ਜਾ ਰਹੇ ਨੇ, ਲੇਕਿਨ ਸਿੱਟ ਤੋਂ ਬਾਅਦ ਇੱਕ ਨਵੀਂ ਸਿੱਟ ਪੈਦਾ ਕੀਤੀ ਜਾਂਦੀ ਹੈ, ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ? ਦੇਖੋ, ਇਹ ਜੋ ਕਿਸੇ ਵੀ ਤਰੀਕੇ ਦਾ ਇਨਸਾਫ ਹੈ ਉਸ ਨੂੰ ਇਨਸਾਫ ਨੂੰ ਨਹੀਂ ਦੇਣਾ, ਇਹ ਉਹਦੇ ਵਿੱਚੋਂ ਸਿੱਟਾਂ ਨਿਕਲਦੀਆਂ। ਚਾਹੇ 84 ਦੀ ਗੱਲ ਹੈ, 11 ਕਮਿਸ਼ਨ ਬਣ ਚੁੱਕੇ, ਇਨਸਾਫ ਅਜੇ ਤੀਕ ਨਹੀਂ ਜੇ ਮਿਲਿਆ। ਉਹੀ ਗੱਲ ਅੱਜ ਹੈ, ਕਿਉਂਕਿ ਅਸੀਂ ਨਹੀਂ ਕਹਿੰਦੇ ਵੀ ਜੇ ਬਾਦਲ ਸਰਕਾਰ ਨੇ ਕਰਵਾਇਆ, ਇਹ ਕੈਪਟਨ ਸਰਕਾਰ ਨੇ ਕਰਵਾਇਆ, ਚਾਹੇ ਕੋਈ ਵੀ ਸਰਕਾਰ ਹੈ, ਕਿਸੇ ਵੀ ਇਨਸਾਨ ਨੇ ਗਲਤ ਕੰਮ ਕੀਤਾ ਹੈ, ਲੇਕਿਨ ਸਾਡੇ ਸਾਹਮਣੇ ਉਹ ਦੋਸ਼ੀ ਹੋਣੇ ਚਾਹੀਦੇ, ਕਿਉਂਕਿ ਬਾਹਰ ਰਿਕਾਰਡ ਸਭ ਕੁਝ ਮੌਜੂਦ ਹੈ, ਕਿਉਂਕਿ ਟੈਲੀਫੋਨ ਦੀਆਂ ਕਾਲਾਂ ਸਭ ਕੁਝ ਮੌਜੂਦ ਹੈ ਕਿ ਕਿਹਨਾਂ ਦੇ ਕਹਿਣ ਤੇ ਹੁਕਮ ਹੋਏ ਗੋਲੀ ਦੇ, ਕਿਹਨਾਂ ਕਾਰਨ ਗੋਲੀ ਚਲਾਈ ਗਈ, ਕਿਹਨਾਂ ਬੰਦਿਆਂ ਨੇ, ਸਿਆਸੀ ਬੰਦਿਆਂ ਨੇ ਸੌਦਾ ਸਾਧ ਨੂੰ ਪੋਸ਼ਾਕਾਂ ਪਹਿਨਾਈਆਂ ਗਈਆਂ, ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਕਲ ਕਰਵਾਈ ਗਈ, ਸਭ ਕੁਝ ਮੌਜੂਦ ਹੈ। ਸਿੰਘ ਸਾਹਿਬ ਜਥੇਦਾਰ ਸਾਹਿਬਾਨਾਂ ਦੇ ਬਿਆਨ ਮੌਜੂਦ ਨੇ, ਗਿਆਨੀ ਗੁਰਮੁਖ ਸਿੰਘ ਜੀ ਦਾ ਬਿਆਨ ਮੌਜੂਦ ਹੈ, ਅਤੇ ਅੱਜ ਮੇਰੇ ਖਿਆਲ 'ਚ ਸ਼ਰਮ ਦੀ ਗੱਲ ਹੈ ਜਿਹੜੇ ਸਾਡੇ ਸਿੱਖ ਪੰਥ ਦੇ ਵੱਡੇ ਉੱਚੇ ਅਹੁਦਿਆਂ 'ਤੇ ਬੈਠੇ ਹੈ, ਸਾਡੇ ਵੱਡੇ ਵੱਡੇ ਗੁਰੂ ਘਰ 'ਚ ਅੱਜ ਅਸੀਂ ਕਰਾਲੀ ਦੇ ਗੁਰਦੁਆਰਾ ਸਾਹਿਬ ਦੇ ਅੱਗੇ ਵੀ ਸਮਸਤਕ ਹੋਏ ਖੜੇ ਹਾਂ, ਕਿਉਂਕਿ ਅਸੀਂ ਬਿਲਡਿੰਗਾਂ ਬਣਾ ਲੀਆਂ ਲੇਕਿਨ ਅਸੀਂ ਗੁਰੂ ਸਾਹਿਬ ਨਾਲ ਪਿਆਰ ਨਹੀਂ ਜੇ ਪਾਇਆ, ਕਿਉਂਕਿ ਮਹਾਰਾਜ ਦਾ ਸੰਦੇਸ਼ ਹੈ, ਸਾਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੱਲ ਪ੍ਰੇਮ ਦੀ ਹੋਣੀ ਹੈ, ਗੱਲ ਅਮਲਾਂ ਦੀ ਹੋਣੀ ਹੈ, ਗੱਲ ਅਸੂਲਾਂ ਦੀ ਹੋਣੀ ਹੈ। ਅੱਜ ਅਸੀਂ ਵੱਡੇ ਵੱਡੇ ਅਹੁਦਿਆਂ 'ਤੇ ਬੈਠ ਕੇ, ਚਾਹੇ ਇੱਕ ਜਥੇਦਾਰੀ ਦਾ ਅਹੁਦਾ ਵੀ ਕਿਉਂ ਨਾ ਹੋਵੇ, ਅੱਜ ਉਹ ਵੀ ਇੱਕ ਮੇਰੇ ਖਿਆਲ ਦੇ ਵਿੱਚ
ਜੁੱਤੀ ਦੀ ਨੋਕ ਬਸ ਬਣ ਚੁੱਕਿਆ, ਇੱਕ ਉਹਨਾਂ ਸਿਆਸੀ ਲੋਕਾਂ ਦੀ ਜੁੱਤੀ ਦੀ ਨੋਕ ਬਣ ਚੁੱਕਿਆ। ਇਸ ਤੋਂ ਵੱਧ ਕੁਝ ਵੀ ਨਹੀਂ ਰਿਹਾ ਸਾਡੇ ਸਾਹਮਣੇ। ਸਿੱਖ ਕੌਮ ਦੇ ਉੱਤੇ ਵਾਰ-ਵਾਰ ਹਮਲੇ ਹੁੰਦੇ ਨੇ, ਆਤੰਕਵਾਦੀ ਟੈਰਰਿਸਟ ਵੀ ਕਿਹਾ ਜਾਂਦਾ, ਉਸ ਦੇ ਬਾਵਜੂਦ ਜਿਸ ਤਰ੍ਹਾਂ ਹੁਣ ਆਕਸੀਜਨ ਦੀ ਘਾਟ ਹੋਈ ਤਾਂ ਸਿੱਖ ਜਥੇਬੰਦੀਆਂ ਹੀ ਮੂਹਰੀ ਹੋ ਕੇ ਆਪਣਾ ਕੰਮ ਨਿਭਾ ਰਹੀਆਂ ਨੇ, ਉਹਨਾਂ ਦੇ ਲਈ ਕੀ ਕਹਿਣਾ ਚਾਹੋਗੇ? ਜਿਸ ਤਰ੍ਹਾਂ ਕਿ ਅੱਜ ਆਪਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਸ਼ਤਾਬਦੀ ਪੁਰਬ ਮਨਾ ਰਹੇ ਹਾਂ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਹੋਈ, ਸ਼ਹਾਦਤ ਦੇ ਸਮੇਂ ਕਲਗੀਧਰ ਪਿਤਾ ਦੇ ਬਚਨ ਸਨ ਵੀ ਹਾਂ, ਉਸ ਟਾਈਮ ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਅਨੰਦਪੁਰ ਸਾਹਿਬ ਆਏ ਤੇ ਮਹਾਰਾਜ ਦੇ ਬਚਨ ਸਨ ਵੀ ਹਾਂ ਉੱਥੇ ਕਿੰਨੇ ਕੁ ਸਿੱਖ ਮੌਜੂਦ ਸਨ, ਤਾਂ ਭਾਈ ਜੈਤਾ ਜੀ ਨੇ ਆਖਿਆ ਸੀ ਕਿ ਦਾਤਾਰ ਪਿਤਾ ਜੀ ਵੀ ਉੱਥੇ ਗਿਣਤੀ ਬਹੁਤ ਸੀ ਲੇਕਿਨ ਪਹਿਚਾਣ ਕੋਈ ਨਹੀਂ ਸੀ। ਕਲਗੀਧਰ ਪਾਤਸ਼ਾਹ ਜੀ ਦਾ ਬਚਨ ਸੀ, ਮੈਂ ਐਸਾ ਖਾਲਸਾ ਪੈਦਾ ਕਰਾਂਗਾ ਜਿਸ ਦੀ ਕਿ ਪਹਿਚਾਣ ਲੱਖਾਂ ਦੇ ਵਿੱਚ ਹੋਵੇਗੀ। ਤੇ ਅੱਜ ਮੇਰੇ ਖਿਆਲ ਦੇ ਵਿੱਚ ਉਹ ਬਚਨ ਹੈ, ਵੈਸੇ ਲੱਖਾਂ ਦੇ ਵਿੱਚੋਂ ਇੱਕ ਇਕੱਲਾ ਬਿਰਲਾ ਗੁਰਸਿੱਖ ਪਿਆਰਾ ਰਹਿ ਚੁੱਕਿਆ, ਨਹੀਂ ਤਾਂ ਸਿਆਸਤ ਦੀ ਇਸ ਗਲਬਕੜੀ ਨੇ ਘੋਰ ਸਾਨੂੰ ਵੱਡੇ ਪੁਣੇ ਦੀ ਲਾਲਸਾ ਨੇ, ਉੱਚੇ ਅਹੁਦਿਆਂ ਤੇ ਬੈਠੇ ਹੋਏ ਰਸੂਖਦਾਰ ਲੋਕਾਂ ਨੇ ਜਿਹੜਾ ਸਿੱਖ ਧਰਮ ਦੀ ਬੁਨਿਆਦ ਤੇ ਇਸ ਨੂੰ ਖੋਖਲਾ ਕਰਨ ਦਾ ਕੋਈ ਯਤਨ ਜੇ ਛੱਡਿਆ ਨਹੀਂ ਜੀ। ਜੇ ਆਪਾਂ ਗੱਲ ਕਰੀਏ ਸਰਕਾਰਾਂ ਦੀ, ਅੱਜ ਗੱਲ ਸਰਕਾਰਾਂ ਦੀ ਵੀ ਨਹੀਂ ਰਹੀ, ਅੱਜ ਤਾਂ ਆਪਣੀ ਗਦਾਰਾਂ ਦੀ ਗੱਲ ਹੈ, ਜਿਨ੍ਹਾਂ ਗਦਾਰਾਂ ਨੇ ਸੋਚਿਆ ਹੀ ਨਹੀਂ ਵੀ ਸਾਡੇ ਪਾ ਐਡੇ ਵੱਡੇ ਵੱਡੇ ਰੁਤਬੇ, ਸਾਡੇ ਪਾ ਜਥੇਦਾਰੀ ਦਾ, ਅਸੀਂ ਇਹਨਾਂ ਨਾਲ ਪ੍ਰਸ਼ਾਸਨਾਂ ਤੇ ਇਨਸਾਫ ਦੀ ਆਸ ਨਹੀਂ ਜੇ ਰੱਖਦੇ। ਸਾਡੇ ਕੋਲ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦਾ ਸਿਧਾਂਤ ਮੌਜੂਦ ਹੈ, ਲੇਕਿਨ ਉੱਥੋਂ ਵੀ ਕਿਆ ਕਰੀਏ, ਉਹਨਾਂ ਲੋਕਾਂ ਨੇ ਵੀ ਸਿਆਸਤ ਦੇ ਗਲਬਕੜੀ ਦੇ ਵਿੱਚ ਪੈ ਕੇ ਸਿੱਖ ਪੰਥ ਨੂੰ, ਸਿੱਖ ਕੌਮ ਨੂੰ, ਕਲਗੀਧਰ ਪਿਤਾ ਨੂੰ ਪਿੱਠ ਦਿੱਤੀ ਜੇ। ਉਹਨਾਂ ਨੂੰ ਵੀ ਆਉਂਦੇ ਸਮੇਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਜਿਹੜਾ ਉਹਨਾਂ ਨੇ ਇਹ ਸਭ ਕੁਝ ਕੀਤਾ ਹੈ, ਸਿੱਖ ਪੰਥ ਦਾ ਘਾਣ ਕੀਤਾ ਹੈ, ਗਦਾਰੀ ਕੀਤੀ ਹੈ, ਉਹਨਾਂ ਨੂੰ ਵੀ ਇਸ ਦਾ ਉੱਤਰ ਦੇਣਾ ਪਵੇਗਾ। ਤੇ ਉਸ ਨੂੰ ਦਰਗਾਹ ਦੇ ਵਿੱਚ ਤਾਂ ਉੱਥੇ ਸੱਚੋ ਹੀ ਸੱਚ ਨਿਬੜਾ, ਚੁਣ ਵੱਖ ਕੱਢੇ ਜਜਮਾਲਿਆ, ਦਰਗਾਹ ਦੇ ਵਿੱਚ ਕਿਸੇ ਨੇ ਬਖਸ਼ਿਆ ਨਹੀਂ ਜੇ ਜਾਣਾ। ਠੀਕ ਹੈ, ਚਾਹੇ ਡਾਕਟਰ ਮੁਹੰਮਦ ਇਕਬਾਲ ਨੇ ਕਿਸੇ ਸਮੇਂ ਇੱਕ ਤਰਾਨਾ ਗਾਇਆ ਸੀ ਅਤੇ ਗੂੰਜਿਆ ਵੀ ਸੀ ਕਿ ਸਾਰੇ ਜਹਾਂ ਸੇ ਅੱਛਾ ਇਹ ਹਿੰਦੋਸਤਾ ਹਮਾਰਾ, ਹਮ ਬੁਲਬੁਲੇ हैं इसकी ये गुलस्ता हमारा। ਉਹੀ ਡਾਕਟਰ ਮੁਹੰਮਦ ਇਕਬਾਲ ਨੂੰ ਲਿਖਣਾ ਪਿਆ, ਇਹਨਾਂ ਜਿਹੜੇ ਜਦੋਂ ਗਲਤ ਨੀਤੀਆਂ ਕਾਰਨ ਲਿਖਣਾ ਪਿਆ कि मुद्दतें गुजरी हैं जुल्म और सितम सहते हुए, शर्म सी आती है इस वतन को वतन कहते हुए। ਅੱਜ ਅਸੀਂ ਸ਼ਰਮ ਦੇ ਨਾਲ ਕਹਿੰਦੇ ਵੀ ਅਸੀਂ ਇਸ ਸਿਸਟਮ ਦੇ ਵਾਸੀ ਹਾਂ, ਇਸ ਭਾਰਤ ਦੇ ਅਸੀਂ ਵੀ ਵਾਸੀ ਹਾਂ। ਮੈਨੂੰ ਤਾਂ ਲੱਗਦਾ ਅਸੀਂ ਵਾਸੀ ਹੈ ਨਹੀਂ, ਵੈਸੇ ਹੁਣ ਤਾਂ ਦਿਲ ਹੀ ਨਹੀਂ ਕਰਦਾ ਕਹਿਣ ਨੂੰ, ਕਿਉਂਕਿ ਅਸੀਂ ਸਾਡੇ ਨਾਲ ਇੱਕ ਨਹੀਂ ਹੋਇਆ। ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਓ, ਜਿੰਨੇ ਸਾਡੇ ਤੇ ਜ਼ੁਲਮ ਹੋਏ, ਕਦੇ ਸਾਨੂੰ ਇਨਸਾਫ ਦੀ ਅਸੀਂ ਆਸ ਜ਼ਰੂਰ ਰੱਖੀ ਹੈ, ਲੇਕਿਨ ਸਾਨੂੰ ਉਹਨਾਂ ਲੋਕਾਂ ਵੱਲੋਂ ਸਿਰਫ ਮੂਰਖ ਬਣਾਇਆ ਗਿਆ ਤੇ ਰੋਲਿਆ ਗਿਆ। ਅੱਜ ਕਿਹੜੀਆਂ ਜਥੇਬੰਦੀਆਂ ਤੁਹਾਡੇ ਇਸ ਸੰਘਰਸ਼ ਦੇ ਵਿੱਚ ਹਿੱਸਾ ਬਣ ਰਹੀਆਂ ਨੇ? ਸਾਨੂੰ ਵੀਰ ਜਥੇਬੰਦੀਆਂ ਦਾ ਕੋਈ ਪਤਾ ਨਹੀਂ ਜੀ, ਸਾਨੂੰ ਤਾਂ ਇੱਕ ਗੱਲ ਦਾ ਪਤਾ ਵੀ ਹਾਂ ਜੀ, ਸਿੱਖ ਜਥੇਬੰਦੀਆਂ ਵੱਲੋਂ ਇੱਕ ਕਾਲ ਸੀ ਵੀ ਸਾਡਾ ਇੱਕ ਰੋਹ ਹੈ, ਅਸੀਂ ਰੋਹ ਪ੍ਰਗਟ ਕਰਨਾ ਹੈ ਪ੍ਰਸ਼ਾਸਨ ਦੇ ਵਿਰੁੱਧ, ਇਸ ਨਿਆਂਪਾਲਕਾ ਦੇ ਵਿਰੁੱਧ ਉਹ ਅਸੀਂ ਪ੍ਰਗਟ ਕੀਤਾ ਹੈ। ਸਾਨੂੰ ਇਸ ਦੇ ਵਾਸਤੇ ਵਿਸਤਾਰਪੂਰਵਕ ਨਹੀਂ ਹੈ ਪਤਾ। ਅਸੀਂ ਸਿੱਖ ਹੋਣ ਦੇ ਨਾਤੇ ਜਿੰਨਾ ਕੁਝ ਵੀ ਅਸੀਂ ਕਰ ਸਕੇ ਸੋ ਅਸੀਂ ਰਲ ਕੇ ਆਪਣਾ ਹੁਣੇ ਪ੍ਰਬੰਧ ਕੀਤਾ, ਥੋੜ੍ਹੇ ਸਮੇਂ ਦੇ ਵਿੱਚ ਆਪਣਾ ਇਹ ਜਿਹੜਾ ਰੋਸ ਪ੍ਰਗਟ ਕੀਤਾ ਹੈ ਵੀ ਅਸੀਂ ਦੁਖੀ ਹਾਂ। ਅਦਾਲਤ ਨੂੰ ਸਮਝਣਾ ਚਾਹੀਦਾ ਹੈ ਵੀ ਜੋ, ਕਿਉਂਕਿ ਗੁਰੂ ਗ੍ਰੰਥ ਸਾਹਿਬ ਪਿਤਾ ਸਮੁੱਚੀ ਕਾਇਨਾਤ ਦੇ ਗੁਰੂ ਹਨ, ਸਾਰੇ ਸੰਸਾਰ ਦੇ ਹੀ ਰਹਿਬਰ ਨੇ, ਤੇ ਇੱਥੇ ਇਨਸਾਫ ਮਿਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਥੇ ਕੋਈ ਫਿਰਕੇ ਦੀ ਗੱਲ ਨਹੀਂ, ਨਾ ਸਾਡੀ ਸਿੱਖ ਧਰਮ ਦੀ ਕੋਈ ਗੱਲ ਹੈ, ਇੱਥੇ ਮਨੁੱਖਤਾ ਦੇ ਗੁਰੂ ਦੀ ਗੱਲ ਹੈ। ਸਾਨੂੰ ਇਨਸਾਫ ਮਿਲਿਆ ਜਾਵੇ, ਜਿਹੜੇ ਵੀ ਦੋਸ਼ੀ ਨੇ ਉਹ ਸੰਸਾਰ ਦੇ ਸਾਹਮਣੇ ਨੰਗੇ ਹੋਣ, ਕਿਉਂਕਿ ਜਿਨ੍ਹਾਂ ਲੋਕਾਂ ਨੇ ਆਪਦਾ ਗੁਰੂ ਗੋਪਿਆ, ਜਿਨ੍ਹਾਂ ਗੁਰੂ ਗੋਪਿਆ ਆਪਣਾ ਤਿੰਨਾ ਠੌਰ ਨਾ ਠਾਓ, ਉਹਨਾਂ ਲੋਕਾਂ ਨੂੰ ਕਿਤੇ ਢੋਈ ਨਹੀਂ ਮਿਲਣੀ ਚਾਹੀਦੀ ਜਿਨ੍ਹਾਂ ਨੇ ਆਪਣੇ ਗੁਰੂ ਨਾਲ ਵੀ ਵਧੀਕੀ ਕੀਤੀ ਹੈ। ਸਰ ਕੀ ਨਾਮ ਆ ਤੇ ਅੱਜ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਉਸ ਬਾਰੇ ਜਾਣਕਾਰੀ ਦਿਓਗੇ? ਮੇਰਾ ਨਾਮ ਰਵਿੰਦਰ ਸਿੰਘ ਜੀ, ਤੇ ਅਸੀਂ ਜਿਹੜਾ ਅੱਜ ਰੋਸ ਪ੍ਰਦਰਸ਼ਨ ਕੀਤਾ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਨੂੰ ਅੰਗ ਕੰਗ ਕਰਕੇ ਗਲੀਆਂ ਦੇ ਵਿੱਚ ਰੋਲਿਆ ਗਿਆ, ਉਹਨਾਂ ਨੂੰ ਕੋਈ ਇਨਸਾਫ ਨਾ ਮਿਲਣ ਕਾਰਨ ਅੱਜ ਇਹ ਰੋਸ ਉਰੇ ਕੀਤਾ ਹੈ। ਤੇ ਅਕਾਲੀ ਲਹਿਰ ਵੱਲੋਂ ਉਰੇ ਅਸੀਂ ਇਕੱਠੇ ਹੋਏ ਹਾਂ, ਇਲਾਕੇ ਦੀਆਂ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਨੇ ਤੇ ਆਪਣਾ ਅਸੀਂ ਰੋਸ ਉਰੇ ਜਤਾ ਰਹੇ ਹਾਂ। ਤੇ ਤੁਸੀਂ ਇੱਕ ਸਵਾਲ ਕੀਤਾ ਸੀਗਾ ਕਿ ਆਕਸੀਜਨ ਬਾਰੇ ਅੱਜ ਕੱਲ੍ਹ ਘਟ ਰਹੀ ਹੈ, ਕਿ ਆਪਾਂ ਨੂੰ ਜਿਹੜੇ ਮੈਂ ਸਮਝਦਾ ਹਾਂ ਵੀ ਜਿਹੜੀ ਆਕਸੀਜਨ ਬਾਹਰੋਂ ਆਪਾਂ ਨੂੰ ਮਦਦ ਕਰ ਰਹੇ, ਜਿਵੇਂ ਕੈਨੇਡਾ ਤੋਂ ਹੋ ਗਿਆ, ਹੋਰ ਆਸਟ੍ਰੇਲੀਆ ਤੋਂ ਹੋ ਗਿਆ, ਉਹ ਸਿੱਖ ਆਪਾਂ ਨੂੰ ਮਦਦ ਕਰ ਰਹੇ ਨੇ, ਆਪਾਂ ਨੂੰ ਉਹ ਪੈਸੇ ਭੇਜਦੇ ਰਹੇ ਜਾਂ ਆਕਸੀਜਨ ਸਿਲੰਡਰ ਕੁਛ ਵੀ ਆਪਾਂ ਨੂੰ ਪ੍ਰੋਵਾਈਡ ਕਰਾਉਂਦੇ ਆ। ਤੇ ਮੇਰੀ ਸਮਝ ਹੈ ਕਿ ਆਪਾਂ ਸਰਕਾਰਾਂ ਨੂੰ ਜਾਂ ਕਿਸੇ ਹੋਰ ਨੂੰ ਨਾ ਦੇ ਕੇ ਆਪਾਂ ਖਾਲਸਾ ਐਡ ਨੂੰ ਉਹਨਾਂ ਨੂੰ ਜਾਂ ਮਾਇਆ ਦਈਏ ਜਾਂ ਉਹਨਾਂ ਨੂੰ ਕੋਈ ਵੀ ਚੀਜ਼ ਪ੍ਰੋਵਾਈਡ ਕਰਨੀ ਤਾਂ ਖਾਲਸਾ ਐਡ ਨੂੰ ਦਈਏ, ਤਾਂ ਜੋ ਪੂਰੇ ਸਭ ਲੋਕਾਂ ਨੂੰ ਪਹੁੰਚ ਸਕੇ। ਜਿੱਥੇ ਆਪਾਂ ਕਿਸੇ ਵੀ ਸਰਕਾਰ ਨੂੰ ਦਿੰਦੇ ਹਾਂ ਤਾਂ ਉਹ ਨਾ ਪਹੁੰਚਾਉਂਦੀ ਹੈ ਗੈਸ ਕਿਸੇ ਕੋਲੇ, ਇਹ ਉਹ ਆਪੇ ਖਾ ਜਾਂਦੇ ਨੇ ਤੇ ਬਾਹਰ ਇਹ ਦੁਰਵਰਤੋਂ ਕਰਦੇ ਨੇ, ਆਮ ਲੋਕਾਂ ਨੂੰ ਨਹੀਂ ਮਿਲਦੀ ਹੈ। ਜੋ ਕਿ ਆਪਾਂ ਦੇਖਦੇ ਹਾਂ ਵੀ ਖਾਲਸਾ ਐਡ ਜਿਹੜੀ ਪੂਰੀ ਵਰਲਡ ਦੇ ਵਿੱਚ ਹੈਗੀ ਹੈ, ਤੇ ਆਪਾਂ ਉਹਨਾਂ ਨੂੰ ਜਿੰਨੀ ਸੇਵਾ ਦੇਣੀ ਚਾਹੁੰਦੇ ਆਪਾਂ ਉਹਨਾਂ ਨੂੰ ਸੇਵਾ ਦਈਏ। ਜਿਸ ਤਰ੍ਹਾਂ
ਬਿਲਕੁਲ ਥੋੜੇ ਸਮੇਂ ਦੇ ਵਿੱਚ ਕਰੋਨਾ ਮਹਾਮਾਰੀ ਦਾ ਪ੍ਰਕੋਪ ਵੱਧਦਾ ਹੈ, ਉਸ ਤੋਂ ਬਾਅਦ ਇੱਕ ਹੀ ਬਿਆਨ ਦੇ ਨਾਲ ਆਕਸੀਜਨ ਦੀ ਕਮੀ ਪੂਰੇ ਦੇਸ਼ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਪੋਲੀਟੀਕਲੀ ਕਿਸੇ ਨਾ ਕਿਸੇ ਵਿਉਂਤਬੰਦੀ ਨਾਲ ਕੀਤਾ ਜਾ ਰਿਹਾ ਜਾਂ ਵਾਕਈ ਆਕਸੀਜਨ ਦੀ ਇੱਥੇ ਘਾਟ ਲੱਗਦੀ ਹੈ? ਬਿਲਕੁਲ ਜੀ ਬਿਲਕੁਲ, ਇਹ ਪੋਲੀਟੀਕਲ ਜਿਹੜੀਆਂ ਪਾਰਟੀਆਂ ਹੈਗੀਆਂ ਇਹ ਜ਼ਿਆਦਾ ਸ਼ੋਅ ਕਰ ਰਹੀਆਂ ਹੈ ਤੇ ਲੋਕਾਂ ਨੂੰ ਦਬਾ ਰਹੀਆਂ ਨੇ। ਲੋਕ ਤਾਂ ਪਹਿਲਾਂ ਹੀ ਦਬੇ ਹੋਏ ਨੇ, ਜਿਵੇਂ ਹੁਣ ਆਪਣੇ ਕਾਲੇ ਕਾਨੂੰਨਾਂ ਨੂੰ ਲੈ ਕੇ ਕਿਸਾਨ ਬੈਠੇ ਨੇ ਦਿੱਲੀ, ਇਹ ਸਿਰਫ ਧਰਨਾ ਚੁੱਕਣ ਦੇ ਲਈ ਡਰਾਮੇਬਾਜ਼ੀ ਹੋ ਰਹੀ ਹੈ ਔਰ ਕੁਝ ਨਹੀਂ। ਸਾਡੇ ਇਲਾਕੇ ਦੇ ਵਿੱਚ ਤਾਂ ਕੋਈ ਕਰੋਨਾ ਮਹਾਮਾਰੀ ਦਾ ਕੋਈ ਹੈ ਨਹੀਂ ਬੰਦਾ, ਨਾ ਕਿਸੇ ਦੀ ਡੈਥ ਹੋਈ ਹੈ, ਕੋਈ ਇੱਕ ਬੰਦਾ ਨਹੀਂ ਹੈਗਾ। ਬਿਲਕੁਲ ਇਹ ਲੋਕਡਾਊਨ ਲਾ ਕੇ ਆਪਣੇ ਜਿਹੜੇ ਮਨਸੂਬੇ ਪੂਰੇ ਕਰ ਰਹੇ ਹੈ, ਲੋਕਾਂ ਨੂੰ ਦਬਾ ਰਹੇ ਹੈ। ਜਿਹੜੇ ਵੱਡੇ ਲੋਕ ਆ ਉਹਨਾਂ ਨੂੰ ਉੱਪਰ ਚੱਕ ਰਹੇ ਹੈ, ਕਾਰਪੋਰੇਟ ਘਰਾਣਿਆਂ ਨੂੰ ਉੱਪਰ ਚੱਕ ਰਹੇ ਹੈ, ਉਹਨਾਂ ਦੀਆਂ ਗੈਸਾਂ ਹੈ, ਉਹਨਾਂ ਦਾ ਸਾਰਾ ਕੁਝ ਹੈ, ਬਿਜ਼ਨਸ ਕਰ ਰਹੇ ਹੈ ਜੀ ਸਾਰੇ ਲੋਕ। ਜਿਸ ਤਰ੍ਹਾਂ ਅੱਜ ਤੁਸੀਂ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਕੁਝ ਕਾਪੀਆਂ ਵੀ ਮੁੱਕੀਆਂ ਨੇ, ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਕੀ ਵਿਉਂਤਬੰਦੀ ਬਣਾਈ ਜਾ ਰਹੀ ਹੈ? ਦੇਖੋ ਵਿਉਂਤਬੰਦੀ ਤਾਂ ਇਹ ਰੋਕ ਰਹੇ ਆ ਸਭ ਕਾਸੇ ਨੂੰ। ਹੁਣ ਲੋਕਡਾਊਨ ਪਤਾ ਲੱਗ ਰਿਹਾ ਵੀ ਲੋਕਡਾਊਨ ਲੱਗ ਜਾਣਾ 3 ਤਰੀਕ ਤੋਂ। ਕਹਿਣ ਦਾ ਮਤਲਬ ਵੀ ਆਪਾਂ ਰੋਸ ਵੀ ਨਾ ਕਰ ਸਕੀਏ, ਅਸੀਂ ਮੁਜ਼ਾਹਰੇ ਵੀ ਨਾ ਕਰ ਸਕੀਏ ਸਰਕਾਰ ਦੇ ਖਿਲਾਫ। ਇਹਨਾਂ ਦੀਆਂ ਇੰਨੀਆਂ ਮਾੜੀਆਂ ਨੀਤੀਆਂ ਹੈ, ਇਹ ਆਪਣੇ ਆਪ ਨੂੰ ਉੱਚਾ ਚੱਕ ਕੇ ਲੋਕਾਂ ਨੂੰ ਦਬਾਉਣਾ ਚਾਹੁੰਦੀ ਹੈ, ਜਦ ਕਿ ਲੋਕ ਨਹੀਂ ਦਬਦੇ। ਕੋਈ ਲੋਕਡਾਊਨ ਦਾ ਕੋਈ ਪ੍ਰੋਬਲਮ ਨਹੀਂ, ਅਸੀਂ ਖੜੇ ਹਾਂ, ਸਾਨੂੰ ਕੋਈ ਬਿਮਾਰੀ ਨਹੀਂ, ਕੋਈ ਮਾਸਕ ਦੀ ਲੋੜ ਨਹੀਂ ਹੈਗੀ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਇਹ ਲੋਕਾਂ ਨੂੰ ਨਾ ਦਬਾਉਣ, ਜੋ ਕੰਮ ਚੱਲਦੇ ਉਹਨਾਂ ਚੱਲਦੇ ਰਹਿਣ, ਲਗਾਤਾਰ ਚੱਲਦੇ ਰਹਿਣ, ਲਗਾਤਾਰ ਚੱਲਣ ਤੇ ਜਿਹੜੀ ਇਹ ਡਰਾਮੇਬਾਜ਼ੀ ਬੰਦ ਕਰਨ। ਜੋ ਕਿਸਾਨਾਂ ਦੇ ਮੁੱਦੇ ਹੈ ਉਹਨਾਂ ਨੂੰ ਇਹ ਚੱਲ ਕੇ ਜਿਹੜੇ ਕਾਲੇ ਕਾਨੂੰਨ ਹੈ ਇਹ ਰੱਦ ਕਰਨ, ਕਾਲੇ ਕਾਨੂੰਨ।